ਸਤਿ ਸ਼੍ਰੀ ਅਕਾਲ ਜੀ। ਲੈ ਕੇ ਹਾਜ਼ਰ ਹੋਏ ਹਾਂ ਅੱਜ ਦੀ ਇੱਕ ਨਵੀਂ ਸਟੋਰੀ। ਦਿੱਲੀ ਤੋਂ ਆਗਰਾ ਜਾ ਰਹੀ ਇੱਕ ਰੇਲ ਗੱਡੀ ਦੇ ਵਿੱਚ ਮੇਰੇ ਸਾਹਮਣੇ ਵਾਲੀ ਸੀਟ ਤੇ ਜੋ ਔਰਤ ਬੈਠੀ ਸੀ, ਉਸ ਦਾ ਸਹਿਜ ਮੈਨੂੰ ਵਧੋ ਵਧੀ ਆਪਣੇ ਵੱਲ ਖਿੱਚ ਰਿਹਾ ਸੀ। ਬਹੁਤ ਹੀ ਸ਼ਾਂਤਮਈ ਅਤੇ ਖਿੱਚਦਾ ਸ਼ਖਸੀਅਤ ਜੋ ਬਿਨਾਂ ਕੋਈ ਸ਼ਬਦ ਕਹੇ ਕਿਸੇ ਨੂੰ ਵੀ ਆਸਾਨੀ ਨਾਲ ਆਪਣੇ ਵੱਲ ਖਿੱਚ ਸਕਦੀ ਹੈ। ਮੈਂ ਉਸ ਵੱਲ ਕਈ ਵਾਰ ਵੇਖਿਆ, ਪਰ ਉਹ ਥੋੜਾ ਜਿਹਾ ਮੁਸਕਰਾਉਂਦੀ ਹੋਈ ਆਪਣੀ ਕਿਤਾਬ ਪੜ੍ਹਦੀ ਰਹੀ। ਰੇਲ ਗੱਡੀ ਆਪਣੀ ਰਫ਼ਤਾਰ ਦੇ ਨਾਲ ਸਫ਼ਰ ਤੈਅ ਕਰ ਰਹੀ ਸੀ। ਤਕਰੀਬਨ ਮਥੁਰਾ ਸਟੇਸ਼ਨ ਦੇ ਕੋਲ ਆ ਕੇ ਉਸਨੇ ਆਪਣੀ ਪਾਣੀ ਵਾਲੀ ਬੋਤਲ ਇੱਧਰ ਉੱਧਰ ਦੇਖਿਆ। ਪਾਣੀ ਨੂੰ ਸ਼ਾਇਦ ਉਸਦੀ ਪਾਣੀ ਵਾਲੀ ਬੋਤਲ ਕਿਧਰੇ ਗੁੰਮ ਗਈ ਸੀ। ਮੈਂ ਆਪਣੀ ਪਾਣੀ ਦੀ ਬੋਤਲ ਉਸਦੇ ਵੱਲ ਵਧਾਈ। ਧੰਨਵਾਦ ਕਹਿ ਕੇ ਉਸਨੇ ਉਹ ਬੋਤਲ ਫੜ ਲਈ। ਮੈਂ ਥੋੜੀ ਜਿਹੀ ਮੁਸਕਰਾਹਟ ਦੇ ਨਾਲ, ਦੋ ਔਰਤਾਂ ਦੇ ਵਿੱਚ ਦੋਸਤੀ ਹੋਣ ਲਈ ਬਹੁਤੀਆਂ ਸ਼ਰਤਾਂ ਦੀ ਲੋੜ ਨਹੀਂ ਹੁੰਦੀ। ਦੋਸਤੀ ਦੀ ਸਿਰਜਣ ਦੇ ਲਈ ਇੱਕ ਪਾਣੀ ਦੀ ਬੋਤਲ ਹੀ ਕਾਫੀ ਹੈ। ਮੇਰਾ ਨਾਮ ਅੰਜਨੀ ਕੌਰ ਹੈ। ਤੁਸੀਂ ਕਿੱਥੇ ਜਾ ਰਹੇ ਹੋ? ਮੈਂ ਰੇਲ ਗੱਡੀ ਦੇ ਸਫ਼ਰ ਦੇ ਲਈ ਇੱਕ ਅਜਨਬੀ ਔਰਤ ਦੇ ਸਾਥ ਦੀ ਭਾਲ ਕਰ ਰਹੀ ਸੀ। ਆਗਰਾ ਜਾ ਰਹੀ ਹਾਂ, ਉਸਨੇ ਛੋਟਾ ਜਿਹਾ ਜਵਾਬ ਦਿੱਤਾ। ਅਰੇ, ਮੇਰੇ ਮਾਪੇ ਆਗਰਾ ਦੇ ਵਿੱਚ ਹੀ ਹਨ ਅਤੇ ਮੈਂ ਵੀ ਆਗਰਾ ਹੀ ਜਾ ਰਹੀ ਹਾਂ। ਮੈਂ ਗੱਲਬਾਤ ਨੂੰ ਅੱਗੇ ਵਧਾਇਆ। ਮੇਰਾ ਨਾਮ ਵਰਸ਼ਾ ਗਰਗ ਹੈ, ਪਰ ਤੁਸੀਂ ਮੈਨੂੰ ਵਰਸ਼ਾ ਕਹਿ ਸਕਦੇ ਹੋ। ਮੇਰੇ ਮਾਪੇ ਕਰਨਾਲ ਦੇ ਵਿੱਚ ਰਹਿੰਦੇ ਹਨ। ਆਗਰੇ ਦੇ ਵਿੱਚ ਮੇਰਾ ਆਪਣਾ ਘਰ ਹੈ, ਵਰਸ਼ਾ ਗਰਗ ਨੇ ਕਿਹਾ। ਵਰਸ਼ਾ ਜੀ, ਚਲੋ ਅਸੀਂ ਦੋਵਾਂ ਦਾ ਆਗਰਾ ਸ਼ਹਿਰ ਨਾਲ ਰਿਸ਼ਤਾ ਤੇ ਹੈਗਾ ਹੀ ਹੈ। ਇਹ ਕੁਦਰਤੀ ਹੀ ਹੈ ਕਿ ਆਪਣੇ ਸ਼ਹਿਰ ਦਾ ਨਾਮ ਸੁਣ ਕੇ ਹੀ ਆਪਣੇ ਪਨ ਦੀ ਜਿਹੜੀ ਭਾਵਨਾ ਜਿਹੀ ਆ ਜਾਂਦੀ ਹੈ। ਆਗਰਾ ਸ਼ਹਿਰ ਦਾ ਨਾਮ ਸੁਣਦਿਆਂ ਹੀ ਮੇਰੀਆਂ ਅੱਖਾਂ ਦੇ ਵਿੱਚ ਚਮਕ ਆ ਗਈ, ਕਿੰਤੂ ਵਰਸ਼ਾ ਗਰਗ ਨੇ ਕੁਝ ਹਲਚਲ ਨਹੀਂ ਦਿਖਾਈ। ਇੱਕ ਔਰਤ ਦੀ ਗੰਭੀਰਤਾ ਦੇ ਬਹੁਤੇ ਸਾਰੇ ਕਾਰਨ ਹੋ ਸਕਦੇ ਹਨ। ਇਸ ਦੇ ਲਈ ਮੈਂ ਆਪਣਾ ਦਿਮਾਗ ਜ਼ਿਆਦਾ ਨਹੀਂ ਚਲਾਇਆ। ਜਦੋਂ ਮਥੁਰਾ ਸਟੇਸ਼ਨ ਤੇ ਰੇਲ ਗੱਡੀ ਖੜੀ ਹੋਈ ਤਾਂ ਖਿੜਕੀ ਦੇ ਵਿੱਚੋਂ ਵਰਸ਼ਾ ਨੇ ਪਾਣੀ ਦੀ ਬੋਤਲ ਅਤੇ ਕੁਝ ਸੰਤਰੇ ਖਰੀਦੇ। ਵਰਸ਼ਾ ਨੇ ਮੈਨੂੰ ਇੱਕ ਸੰਤਰਾ ਦਿੰਦਿਆਂ ਕਿਹਾ, ਮੌਸਮ ਦੇ ਅਨੁਸਾਰ ਹਰ ਫਲ ਦਾ ਆਪਣਾ ਹੀ ਆਨੰਦ ਹੁੰਦਾ ਹੈ। ਹਾਂਜੀ, ਕੁਦਰਤ ਨੇ ਮਨੁੱਖਾਂ ਦੇ ਲਈ ਕਿੰਨਾ ਕੁਝ ਬਣਾਇਆ ਹੈ। ਮੈਂ ਸੰਤਰੇ ਦੀ ਫਾੜੀ ਦਾ ਆਨੰਦ ਲੈਣਾ ਸ਼ੁਰੂ ਕਰ ਦਿੱਤਾ। ਕੌਣ ਹੈ ਪਰਿਵਾਰ ਦੇ ਵਿੱਚ? ਮੇਰਾ ਆਪ ਜਿਹਾ ਪ੍ਰਸ਼ਨ ਸੀ, ਆਮ ਜਿਹਾ। ਇੱਕ ਪਲ ਦੀ ਖਾਮੋਸ਼ੀ ਤੋਂ ਬਾਅਦ ਵਰਸ਼ਾ ਬੋਲੀ, ਮੇਰੀ ਇੱਕ ਧੀ ਹੈ ਜੋ ਹੋਸਟਲ ਦੇ ਵਿੱਚ ਪੜ੍ਹਦੀ ਹੈ। ਹੋਰ ਕੋਈ ਨਹੀਂ ਹੈ। ਮੇਰਾ ਘਰ ਵਾਲਾ ਨਹੀਂ ਰਿਹਾ। ਇਸ ਦੇ ਲਈ ਮੈਨੂੰ ਉਸਦੀ ਨੌਕਰੀ ਮਿਲ ਗਈ। ਧੀ ਨੂੰ ਪਾਲਣ ਪੋਸ਼ਣ ਦੇ ਲਈ ਇੰਨਾ ਹੀ ਸਹਾਰਾ ਬਹੁਤ ਸੀ। ਵਰਸ਼ਾ ਗਰਗ ਜ਼ਿੰਦਗੀ ਨੇ ਸੰਖੇਪ ਸ਼ਬਦਾਂ ਦੇ ਵਿੱਚ ਪੂਰੀ ਕਹਾਣੀ ਸੁਣਾ ਦਿੱਤੀ। ਉਹ ਬਹੁਤ ਦੁੱਖ ਹੋਇਆ ਤੁਹਾਡੀ ਜ਼ਿੰਦਗੀ ਬਾਰੇ ਸੁਣ ਕੇ। ਮੇਰੇ ਕੋਲ ਜਿਵੇਂ ਸ਼ਬਦਾਂ ਦੀ ਘਾਟ ਹੋ ਗਈ ਸੀ। ਕੀ ਤੁਸੀਂ ਵੀ ਕੋਈ ਜੌਬ ਕਰਦੇ ਹੋ? ਤੁਹਾਡੀ ਸਮੀਖਿਆ ਨੂੰ ਵੇਖ ਕੇ ਲੱਗਦਾ ਹੈ ਕਿ ਵਰਸ਼ਾ ਨੇ ਮੇਰੇ ਚਿਹਰੇ ਦੇ ਭਾਵ ਪੜ੍ਹ ਲਏ ਸੀ। ਇਸ ਦੇ ਲਈ ਗੱਲਬਾਤ ਦਾ ਰੁਖ ਬਦਲ ਦਿੱਤਾ। ਹਾਂਜੀ, ਮੈਂ ਇੱਕ ਨਰਸ ਹਾਂ। ਪਰਿਵਾਰ ਦੀ ਤਾਂ ਕੋਈ ਮੰਗ ਨਹੀਂ ਸੀ, ਪਰ ਮੈਂ ਕੰਮਕਾਜੀ ਹੋਣਾ ਪਸੰਦ ਕਰਦੀ ਹਾਂ। ਮੈਂ ਜਵਾਬ ਦੇ ਵਿੱਚ ਆਪਣੀ ਸਥਿਤੀ ਦੱਸ ਦਿੱਤੀ। ਅੱਗੇ ਵਰਸ਼ਾ ਨੇ ਪਰਿਵਾਰਿਕ ਗਿਣਤੀ ਮਿਣਤੀ ਨਹੀਂ ਪੁੱਛੀ। ਕੁਝ ਮੌਸਮ ਦੀਆਂ, ਕੁਝ ਸ਼ਹਿਰ ਦੀਆਂ ਆਮ ਜਿਹੀਆਂ ਗੱਲਾਂ ਕਰਦੇ ਹੋਏ ਮਥੁਰਾ ਤੋਂ ਆਗਰਾ ਸ਼ਹਿਰ ਆ ਗਿਆ। ਸਟੇਸ਼ਨ ਦੇ ਬਾਹਰ ਮੇਰਾ ਭਰਾ ਮੇਰੀ ਉਡੀਕ ਕਰ ਰਿਹਾ ਸੀ। ਜਿਵੇਂ ਹੀ ਵਰਸ਼ਾ ਟੈਕਸੀ ਸਟੈਂਡ ਵੱਲ ਮੁੜੀ ਤਾਂ ਮੈਂ ਉਸਨੂੰ ਕਿਹਾ, ਵਰਸ਼ਾ ਜੀ, ਅਸੀਂ ਤੁਹਾਨੂੰ ਤੁਹਾਡੇ ਘਰ ਛੱਡ ਕੇ ਅਸੀਂ ਆਪਣੇ ਘਰ ਚਲੇ ਜਾਵਾਂਗੇ। ਮੈਂ ਵਰਸ਼ਾ ਨੂੰ ਆਪਣੇਪਨ ਦਾ ਅਹਿਸਾਸ ਕਰਵਾਉਣਾ ਚਾਹੁੰਦੀ ਸੀ। ਨਹੀਂ, ਤੁਸੀਂ ਵੀ ਥੱਕ ਗਏ ਹੋ। ਫਿਰ ਕਿਸੇ ਦਿਨ ਦੁਬਾਰਾ ਮਿਲਾਂਗੇ। ਨੰਬਰ ਤੁਹਾਡੇ ਕੋਲ ਹੈਗਾ, ਬਸ ਕਾਲ ਕਰਕੇ ਦੱਸ ਦੇਣਾ। ਵਰਸ਼ਾ ਨੂੰ ਹਾਲਤ ਨੇ ਕਾਫੀ ਮਜ਼ਬੂਤ ਬਣਾ ਦਿੱਤਾ ਸੀ। ਮੈਂ ਜਾਣ ਤੋਂ ਪਹਿਲਾਂ ਜ਼ਰੂਰ ਮਿਲ ਕੇ ਜਾਊਂਗੀ। ਵਰਸ਼ਾ ਦਾ ਹੱਥ ਫੜਦਿਆਂ ਮੈਂ ਇੱਕ ਵਾਅਦਾ ਕੀਤਾ। ਕੁਝ ਦੂਰ ਸਫ਼ਰ ਦੇ ਵਿੱਚ ਚੱਲਣ ਕਾਰਨ ਸਾਨੂੰ ਦੋਹਾਂ ਨੂੰ ਦੋਸਤੀ ਦੇ ਇੱਕ ਪਿਆਰੇ ਜਿਹੇ ਰਿਸ਼ਤੇ ਵਿੱਚ ਬੰਨ੍ਹ ਲਿਆ ਸੀ। ਆਪਣੇ ਘਰ ਪਹੁੰਚਣ ਤੋਂ ਬਾਅਦ ਫੋਨ ਕਰਕੇ ਵਰਸ਼ਾ ਨੇ ਠੀਕ ਠਾਕ ਪਹੁੰਚਣ ਦਾ ਸੁਨੇਹਾ ਦਿੱਤਾ। ਕੁਝ ਦਿਨਾਂ ਦੀ ਵੇਲ ਤੋਂ ਬਾਅਦ ਮੈਂ ਵਰਸ਼ਾ ਨੂੰ ਫੋਨ ਕੀਤਾ। ਹੈਲੋ ਵਰਸ਼ਾ, ਕੀ ਹਾਲ ਹੈ? ਮੈਂ ਪੁੱਛਿਆ, ਕਿਉਂਕਿ ਮੈਂ ਉਸ ਨੂੰ ਮਿਲਣਾ ਚਾਹੁੰਦੀ ਸੀ। ਹੈਲੋ ਅੰਜਨੀ ਜੀ, ਮੈਂ ਠੀਕ ਹਾਂ, ਤੁਸੀਂ ਦੱਸੋ? ਨਾਲ ਹੀ ਵਰਸ਼ਾ ਦਾ ਸਵਾਲ ਸੀ। ਮੈਂ ਠੀਕ ਹਾਂ, ਪਰਸੋਂ ਵਾਪਸ ਜਾ ਰਹੀ ਹਾਂ। ਜੇ ਤੁਹਾਡੇ ਕੋਲ ਸਮਾਂ ਹੈ ਤਾਂ ਕੱਲ ਮਿਲ ਲੈਂਦੇ ਹਾਂ। ਮੇਰੇ ਕੋਲ ਆਗਰਾ ਹੋਰ ਰੁਕਣ ਦਾ ਕੋਈ ਕਾਰਨ ਨਹੀਂ ਸੀ। ਵਰਸ਼ਾ ਨੇ ਚਹਿਕ ਕੇ ਜਵਾਬ ਦਿੱਤਾ, ਅਰੇ ਪੁੱਛ ਕਿਉਂ ਰਹੇ ਹੋ? ਕਿਰਪਾ ਕਰਕੇ ਆਓ, ਮੇਰਾ ਵੀ ਮਿਲਣ ਦਾ ਬਹੁਤ ਮਨ ਹੈ। ਅਗਲੇ ਦਿਨ ਮਿੱਥੇ ਹੋਏ ਸਮੇਂ ਤੇ ਮੈਂ ਵਰਸ਼ਾ ਦੇ ਘਰ ਸੀ। ਫਿਰ ਕੀ ਸੀ, ਬਹੁਤ ਦੇਰ ਤੱਕ ਦੁੱਖ ਸੁੱਖ ਫਰੋਲੇ ਗਏ। ਦੋਵੇਂ ਸਹੇਲੀਆਂ ਇੱਕ ਦੂਜੇ ਦੀਆਂ ਜ਼ਿੰਦਗੀ ਤੋਂ ਜਾਣੂ ਹੋਈਆਂ। ਕਿਸੇ ਵੀ ਇਨਸਾਨ ਨੂੰ ਸਿਰਫ ਬਾਹਰੋਂ ਵੇਖ ਕੇ ਉਸਦੇ ਅੰਦਰਲੇ ਸਮੁੰਦਰ ਨੂੰ ਮਾਪਿਆ ਨਹੀਂ ਜਾ ਸਕਦਾ। ਅਗਲੀ ਵਾਰ ਜਦ ਵੀ ਪੇਕੇ ਆਈ ਤਾਂ ਮਿਲਣ ਜ਼ਰੂਰ ਆਵਾਂਗੀ। ਵਰਸ਼ਾ ਨੇ ਮੇਰੇ ਤੋਂ ਵਾਅਦਾ ਲਿਆ। ਅੱਧੀ ਜ਼ਿੰਦਗੀ ਪੇਕੇ ਘਰ ਤੇ ਅੱਧੀ ਜ਼ਿੰਦਗੀ ਸਹੁਰੇ ਘਰ ਦੇ ਪੈਂਡਿਆਂ ਨੂੰ ਨਾਪਦੀਆਂ ਹਰ ਧੀ ਦੀ ਆਪਣੇਪਨ ਦਾ ਹੱਕ ਜਤਾਉਂਦੀਆਂ ਕੱਢ ਦਿੰਦੀਆਂ ਹੈ। ਇਸ ਦੇ ਲਈ ਆਪਣੇ ਪੇਕੇ ਆਉਣ ਦਾ ਮੇਰਾ ਪੱਕਾ ਹੀ ਸੀ। ਮੇਰਾ ਆਗਰਾ ਆਉਣਾ ਹੁੰਦਾ ਹੈ ਤਾਂ ਮੈਂ ਕਈ ਵਾਰ ਵਰਸ਼ਾ ਨੂੰ ਇਸ ਦੇ ਘਰ ਮਿਲ ਆਉਂਦੀ ਅਤੇ ਕਈ ਵਾਰ ਉਸਦੇ ਘਰ ਹੀ ਰੁਕ ਜਾਂਦੀ ਸੀ। ਸ਼ੁਕਰੀਆ ਆਂਟੀ, ਤੁਸੀਂ ਮੈਨੂੰ ਮਿਲਣ ਲਈ ਸਾਡੇ ਘਰ ਰੁਕੇ। ਮੰਮੀ ਤੋਂ ਤੁਹਾਡੇ ਬਾਰੇ ਬਹੁਤ ਕੁਝ ਸੁਣਿਆ ਸੀ, ਪਰ ਹੋਸਟਲ ਦੇ ਵਿੱਚ ਰਹਿਣ ਕਾਰਨ ਸਾਡਾ ਮਿਲਣਾ ਨਹੀਂ ਹੋ ਪਾਇਆ।
ਇੰਜ ਪਿਆਰ ਨਾਲ ਬੋਲਦੇ ਹੋਏ ਵਰਸ਼ਾ ਦੀ ਬੇਟੀ ਰੋਸ਼ਨੀ ਨੇ ਮੇਰੇ ਗਲੇ ਦੁਆਲੇ ਆਪਣੀਆਂ ਮਲੂਕੀਆਂ ਬਾਹਾਂ ਪਾ ਦਿੱਤੀਆਂ। ਮੈਨੂੰ ਵੀ ਤੁਹਾਨੂੰ ਮਿਲਣ ਦੀ ਬੜੀ ਇੱਛਾ ਸੀ। ਤੇਰੀ ਮਾਂ ਕੋਲ ਤੇਰੇ ਤੋਂ ਸਿਵਾਏ ਹੋਰ ਕੋਈ ਵਿਸ਼ਾ ਹੀ ਨਹੀਂ ਹੁੰਦਾ ਗੱਲਬਾਤ ਦੇ ਲਈ। ਰੋਸ਼ਨੀ ਦੀ ਮਹੱਤਤਾ ਜਤਾਉਂਦੇ ਹੋਏ ਮੈਂ ਉਸ ਨੂੰ ਮੋਹ ਨਾਲ ਗੱਲ ਵਕੜੀ ਵਿੱਚ ਲੈ ਲਿਆ। ਕੋਈ ਰਿਸ਼ਤਾ ਰਾਹ ਚੱਲਦੇ ਹੋਏ ਵੀ ਬਣ ਸਕਦਾ ਹੈ ਅਤੇ ਇੰਨਾ ਗੂੜਾ ਵੀ ਹੋ ਸਕਦਾ ਹੈ। ਆਹ ਮੇਰੇ ਲਈ ਵੀ ਇੱਕ ਨਵਾਂ ਜਿਹਾ ਤਜਰਬਾ ਸੀ। ਮੈਂ ਵੀ ਜਦੋਂ ਵੀ ਪੇਕੇ ਜਾਣਾ ਮੈਨੂੰ ਵਰਸ਼ਾ ਨਾਲ ਮਿਲਣ ਦਾ ਚਾਅ ਚੜਿਆ ਰਹਿੰਦਾ। ਸ਼ਾਇਦ ਦੋਸਤੀ ਦਾ ਰਿਸ਼ਤਾ ਬਾਕੀ ਰਿਸ਼ਤਿਆਂ ਨਾਲੋਂ ਵੱਖਰਾ ਹੀ ਹੋਂਦ ਰੱਖਦਾ ਹੈ, ਜਿਸ ਦੇ ਵਿੱਚ ਕੋਈ ਵੀ ਮੰਗ ਜਾਂ ਸਵਾਰਥ ਨਹੀਂ ਹੁੰਦਾ। ਕਈ ਵਾਰ ਅਸੀਂ ਆਪਣੇ ਮਨ ਦੀ ਗੱਲ ਪਰਿਵਾਰ ਨੂੰ ਖੁੱਲ੍ਹ ਕੇ ਨਹੀਂ ਦੱਸ ਸਕਦੇ, ਕਿੰਤੂ ਦੋਸਤ ਹਰ ਰਾਜ਼ ਦੇ ਹੱਕਦਾਰ ਹੁੰਦੇ ਹਨ। ਜਦੋਂ ਰੋਸ਼ਨੀ ਦੀ ਯੂਨੀਵਰਸਿਟੀ ਦੀਆਂ ਛੁੱਟੀਆਂ ਹੁੰਦੀਆਂ ਤਾਂ ਦੋਵੇਂ ਮਾਵਾਂ ਧੀਆਂ ਮੇਰੇ ਘਰ ਵੀ ਆ ਕੇ ਰਹਿ ਜਾਂਦੀਆਂ। ਇੱਕ ਵਾਰ ਮੈਨੂੰ ਕਿਸੇ ਕਾਰਨ ਅਚਾਨਕ ਆਗਰਾ ਆਉਣਾ ਪਿਆ। ਮੈਂ ਸੋਚਿਆ ਚਲੋ ਦੱਸ ਕੇ ਵਰਸ਼ਾ ਨੂੰ ਹੈਰਾਨ ਕਰਦੇ ਹਾਂ। ਸ਼ਾਮ 5 ਵਜੇ ਵਰਸ਼ਾ ਨੌਕਰੀ ਤੋਂ ਘਰ ਮੁੜੀ ਹੀ ਆਉਂਦੀ ਹੈ। ਇਹ ਸੋਚ ਕੇ ਮੈਂ ਠੀਕ ਸਮੇਂ 'ਤੇ ਵਰਸ਼ਾ ਦੇ ਘਰ ਪੁੱਜੀ। ਭੈਣ ਜੀ, ਵਰਸ਼ਾ ਹਲੇ ਕੰਮ ਤੋਂ ਨਹੀਂ ਪਰਤੀ। ਕੁਝ ਮਿੰਟਾਂ ਦੀ ਉਡੀਕ ਤੋਂ ਬਾਅਦ ਮੈਂ ਵਰਸ਼ਾ ਦੀ ਗੁਆਂਢਣ ਨੂੰ ਪੁੱਛਿਆ, ਅਜੇ ਤੇ ਨਹੀਂ ਆਈ? ਹੋ ਸਕਦਾ ਕਿ ਹਸਪਤਾਲ ਗਈ ਹੋਵੇ। ਗੁਆਂਢਣ ਨੇ ਆਪਣਾ ਅੰਦਾਜ਼ਾ ਜਿਹਾ ਲਾ ਕੇ ਕਿਹਾ। ਹਸਪਤਾਲ? ਕੀ ਗੱਲ, ਬਿਮਾਰ ਹੈ? ਮੇਰਾ ਵਰਸ਼ਾ ਨੂੰ ਸਰਪ੍ਰਾਈਜ਼ ਦੇਣ ਦਾ ਸਾਰਾ ਉਤਸ਼ਾਹ ਰਫੂ ਚੱਕਰ ਹੋ ਗਿਆ ਸੀ। ਤੁਸੀਂ ਕੁਝ ਦੇਰ ਮੇਰੇ ਘਰ ਬੈਠ ਕੇ ਇੰਤਜ਼ਾਰ ਕਰ ਲਵੋ, ਇੰਨੇ ਚਿਰ ਵਿੱਚ ਉਹ ਆ ਰਹੀ ਜਾਵੇਗੀ। ਸਾਡੇ ਦੇਸ਼ ਦੀ ਆਹ ਕੀ ਪ੍ਰਮੁੱਖ ਵਿਸ਼ੇਸ਼ਤਾ ਹੈ ਕਿ ਗੁਆਂਢੀ ਵੀ ਸੰਜੋਗੀ ਬਣ ਜਾਂਦੇ ਹਨ। ਮੈਂ ਧੰਨਵਾਦ ਦੇ ਰੂਪ ਦੇ ਵਿੱਚ ਮੁਸਕਰਾ ਕੇ ਵਰਸ਼ਾ ਦੀ ਗੁਆਂਢਣ ਦੇ ਨਾਲ ਅੰਦਰ ਚਲੀ ਗਈ। ਮੈਂ ਤੁਹਾਨੂੰ ਕਈ ਵਾਰ ਵੇਖਿਆ ਹੈ ਵਰਸ਼ਾ ਦੇ ਘਰ ਆਉਂਦੇ ਜਾਂਦੇ ਹੋਏ। ਵਰਸ਼ਾ ਨੇ ਦੱਸਿਆ ਸੀ ਕਿ ਤੁਹਾਡੇ ਪੇਕੇ ਹਨ ਆਗਰਾ ਦੇ ਵਿੱਚ। ਵਰਸ਼ਾ ਦੀ ਗੁਆਂਢਣ ਨੇ ਕਿਹਾ, ਜਿਸ ਦੀ ਪੋਸ਼ਾਕਨ ਤੋਂ ਉਹ ਇੱਕ ਬਹੁਤ ਹੀ ਸਧਾਰਨ ਜਿਹੀ ਘਰੇਲੂ ਔਰਤ ਲੱਗ ਰਹੀ ਸੀ। ਵਰਸ਼ਾ ਹਸਪਤਾਲ ਕਿਉਂ ਗਈ ਹੈ? ਕੁਝ ਪਤਾ ਹੈ ਤੁਹਾਨੂੰ? ਹਸਪਤਾਲ ਦੇ ਨਾਂ ਤੋਂ ਮੇਰਾ ਮਨ ਅਜੇ ਵੀ ਬੇਚੈਨ ਸੀ। ਮੈਨੂੰ ਪੱਕਾ ਨਹੀਂ ਪਤਾ ਕਿ ਉਹ ਹਸਪਤਾਲ ਗਈ ਕਿ ਨਹੀਂ। ਜੇ ਕਦੇ ਦਰਵਾਜ਼ੇ ਤੇ ਦਿਖ ਜਾਏ ਤਾਂ ਗੱਲਬਾਤ ਹੋ ਜਾਂਦੀ ਹੈ, ਵਰਨਾ ਅਸੀਂ ਇੱਕ ਦੂਜੇ ਦੇ ਘਰ ਨਹੀਂ ਆਉਂਦੇ ਜਾਂਦੇ। ਵਰਸ਼ਾ ਦੇ ਗੁਆਂਢਣ ਨੇ ਰਿਸ਼ਤੇ ਦੀ ਸਫਾਈ ਕਰ ਮੇਰੇ ਮਨ ਵਿੱਚ ਕਈ ਸਵਾਲ ਪੈਦਾ ਕਰ ਦਿੱਤੇ। ਪਰ ਵਰਸ਼ਾ ਦੇ ਬਹੁਤ ਚੰਗੀ ਔਰਤ ਹੈ, ਜਿੰਨਾ ਕਿ ਮੈਂ ਜਾਣਦੀ ਹਾਂ। ਮੈਨੂੰ ਥੋੜ੍ਹੀ ਪਰੇਸ਼ਾਨੀ ਹੋਈ। ਤੁਸੀਂ ਬਾਹਰੋਂ ਆਏ ਹੋ, ਇਸ ਕਰਕੇ ਸ਼ਾਇਦ ਨਹੀਂ ਪਤਾ ਹੋਵੇਗਾ। ਵਰਸ਼ਾ ਦੀ ਗੁਆਂਢਣ ਨੇ ਬੁਝਾਰਤ ਜਿਹੀ ਪਾਈ। ਔਰਤਾਂ ਨੂੰ ਗੱਲਬਾਤ ਦੀ ਭੂਮਿਕਾ ਬੰਨਣ ਦਾ ਗੁਣ ਵਿਸਾਰਤ ਵਿੱਚ ਮਿਲਿਆ ਹੈ। ਮੇਰੀਆਂ ਅੱਖਾਂ ਦੇ ਵਿੱਚ ਬਹੁਤ ਸਾਰੇ ਸਵਾਲ ਤਣੇ ਖੜੇ ਸਨ। ਵਰਸ਼ਾ ਨੂੰ ਏਡਜ਼ ਹੈ। ਮੂੰਹ ਦੀ ਅਜੀਬ ਜਿਹੀ ਰੂਪ ਰੇਖਾ ਬਣਾ ਕੇ ਗੁਆਂਢਣ ਨੇ ਦੱਸਿਆ ਕਿ ਮੇਰੇ ਸਿਰ 'ਤੇ ਜਿਵੇਂ ਕਿਸੇ ਨੇ ਹਥੌੜੇ ਨਾਲ ਵਾਰ ਕੀਤਾ ਹੋਵੇ। ਹਾਂਜੀ, ਇੱਕ ਔਰਤ ਹੋਣ ਦੇ ਨਾਤੇ ਮੈਂ ਤੁਹਾਨੂੰ ਦੱਸ ਦਿੱਤਾ, ਅੱਗੇ ਤੁਸੀਂ ਆਪ ਦੇਖ ਲਵੋ। ਵਰਸ਼ਾ ਦੀ ਗੁਆਂਢਣ ਮੈਨੂੰ ਕੁਝ ਜ਼ਿਆਦਾ ਹੀ ਆਪਣਾਪਨ ਜਿਹਾ ਦਿਖਾ ਰਹੀ ਸੀ। ਕਦੋਂ ਹੋਈ ਵਰਸ਼ਾ ਨੂੰ ਏਡਜ਼? ਆਪਣੇ ਮਨ ਦੇ ਖਿਲਾਫ ਜਾ ਕੇ ਮੈਂ ਪੁੱਛ ਲਿਆ। ਅਰੇ, ਇਸ ਦੇ ਪਤੀ ਦੀ ਮੌਤ ਦੇ ਕੁਝ ਸਾਲ ਬਾਅਦ ਹੀ। ਆਖਿਰਕਾਰ ਜਵਾਨ ਜਹਾਨ ਹੈ, ਕਿੰਨਾ ਕੁ ਚਿਰ? ਕੁੜੀ ਹੋਸਟਲ ਵਿੱਚ ਪਾ ਦਿੱਤੀ, ਆਪ ਨੌਕਰੀ ਕਰਦੀ ਹੈ। ਭਾਤ-ਭਾਤ ਦੇ ਲੋਕ ਮਿਲਦੇ ਹੋਣੇ। ਕਈ ਕਿਸਮਾਂ ਦੇ ਮੂੰਹ ਬਣਾ ਕੇ ਵਰਸ਼ਾ ਦੀ ਜ਼ਿੰਦਗੀ ਦਾ ਚਿੱਤਰ ਗੁਆਂਢਣ ਨੇ ਆਪਣੇ ਮਨ ਦੇ ਵਿੱਚ ਵਵਾਲਿਆ ਅਨੁਸਾਰ ਕਰ ਦਿੱਤਾ। ਸਾਰੀ ਕਹਾਣੀ ਸੁਣ ਮੇਰੇ ਅੰਦਰ ਕਈ ਸਵਾਲਾਂ ਦੀ ਹਨੇਰੀ ਝੁੱਲਣ ਲੱਗ ਪਈ, ਜੋ ਸਿਰਫ ਸੱਚ ਜਾਣ ਕੇ ਹੀ ਸ਼ਾਂਤੀ ਹੋਣੀ ਸੀ। ਵਰਸ਼ਾ ਨੇ ਇੰਨੀ ਵੱਡੀ ਗੱਲ ਮੈਨੂੰ ਕਿਉਂ ਨਹੀਂ ਦੱਸੀ, ਜਦੋਂ ਕਿ ਅਸੀਂ ਇੱਕ ਦੂਜੇ ਨਾਲ ਦੋਸਤੀ ਨੂੰ ਜ਼ਿੰਦਗੀ ਭਰ ਨਿਭਾਉਣ ਦਾ ਵਾਅਦਾ ਕਰ ਚੁੱਕੇ ਸੀ। ਦੋਸਤੀ ਅਤੇ ਇੱਕ ਗੁਆਂਢਣ ਹੋਣ ਵਿੱਚ ਨਿਸ਼ਚਿਤ ਤੌਰ 'ਤੇ ਇੱਕ ਅੰਤਰ ਆ ਜ਼ਰੂਰ ਹੁੰਦਾ ਹੈ ਕਿ ਨਫ਼ਰਤ ਹਮਦਰਦੀ ਦਾ ਰੂਪ ਧਾਰ ਲੈਂਦੀ ਹੈ। ਮੈਂ ਇੰਨੀ ਚੰਗੀ ਮਿੱਤਰ ਨੂੰ ਗਵਾ ਨਹੀਂ ਸਕਦੀ। ਇੱਕ ਰੋਗ ਹੀ ਹੈ ਅਤੇ ਹੋ ਸਕਦਾ ਹੈ ਇਸ ਵੇਲੇ ਉਸ ਨੂੰ ਮੇਰੀ ਵਧੇਰੇ ਲੋੜ ਹੋਵੇ। ਮੈਂ ਸਰਪ੍ਰਾਈਜ਼ ਦੇਣ ਦਾ ਮਨ ਛੱਡ ਕੇ ਵਰਸ਼ਾ ਨੂੰ ਫੋਨ ਕਰਕੇ ਆਉਣ ਦਾ ਸਮਾਂ ਪੁੱਛਿਆ। ਕੁਝ ਸਮੇਂ ਬਾਅਦ ਵਰਸ਼ਾ ਵੀ ਆ ਗਈ। ਵਰਸ਼ਾ ਨੂੰ ਮੈਂ ਘੁੱਟ ਕੇ ਗੱਲ ਵਕੜੀ ਵਿੱਚ ਲਿਆ, ਕਿਉਂਕਿ ਅੱਜ ਕੁਝ ਜ਼ਿਆਦਾ ਹੀ ਮੋਹ ਆਇਆ। ਉਸਦਾ ਮੈਨੂੰ ਇੱਕ ਸੋਚ ਵੀ ਆਇਆ ਕਿ ਇਸ ਬਿਮਾਰੀ ਦੇ ਚੁੰਗਲ ਵਿੱਚ ਫਸੇ ਲੋਕ ਜ਼ਿਆਦਾਤਰ ਚਿਰ ਨਹੀਂ ਜਿਉਂਦੇ। ਦੱਸ ਕੇ ਆਉਂਦੀ ਤੇ ਮੈਂ ਅੱਜ ਛੁੱਟੀ ਲੈ ਲੈਂਦੀ ਹੁੰਦੀ। ਨਹੀਂ ਕੁੜੇ, ਸਵਾਲ ਦੇ ਪਿਆਰ ਨਾਲ ਵਰਸ਼ਾ ਨੇ ਗਿਲਾ ਕੀਤਾ। ਅਚਾਨਕ ਆ ਕੇ ਤੈਨੂੰ ਹੈਰਾਨ ਕਰਨਾ ਸੀ, ਪਰ ਮੈਨੂੰ ਹੀ ਸਦਮਾ ਮਿਲ ਗਿਆ। ਮੈਂ ਅਣਸੁਲਝਿਆ ਜਿਹਾ ਜਵਾਬ ਦਿੱਤਾ, ਜਿਸ ਦੀ ਵਰਸ਼ਾ ਨੂੰ ਸਮਝ ਨਹੀਂ ਆਈ ਸੀ। ਵਰਸ਼ਾ ਗਰਗ ਨੇ ਖਾਣ ਦੀਆਂ ਚੀਜ਼ਾਂ ਮੇਜ਼ 'ਤੇ ਰੱਖੀਆਂ ਤੇ ਕਿਹਾ, ਮੈਨੂੰ ਬਹੁਤ ਭੁੱਖ ਲੱਗੀ ਹੈ। ਤੂੰ ਵੀ ਕਾਫੀ ਇੰਤਜ਼ਾਰ ਕੀਤਾ ਹੈ। ਆ ਜਾ ਫਟਾਫਟ ਮੇਰੀ ਜਾਨ। ਵਰਸ਼ਾ ਦੀ ਹਰਕਤ ਅਤੇ ਉਸਦੇ ਉਤਸ਼ਾਹ ਨੂੰ ਵੇਖ ਕੇ ਮੈਨੂੰ ਕਿਤੇ ਨਹੀਂ ਲੱਗਿਆ ਕਿ ਇਸ ਨੂੰ ਕੋਈ ਗੰਭੀਰ ਬਿਮਾਰੀ ਹੈ। ਮੈਂ ਹੱਥ ਧੋ ਕੇ ਖਾਣੇ ਦੀ ਮੇਜ਼ 'ਤੇ ਆ ਗਈ।
ਮੈਂ ਇਹ ਨੋਟ ਕੀਤਾ ਕਿ ਇੰਨੇ ਕਰਾਰੇ ਮਸਾਲੇਦਾਰ ਭੋਜਨ ਨੂੰ ਵਰਸ਼ਾ ਬਹੁਤ ਚਾਅ ਨਾਲ ਖਾ ਰਹੀ ਹੈ। ਤੈਨੂੰ ਜਿਹਾ ਮਸਾਲੇ ਵਾਲਾ ਭੋਜਨ ਨਹੀਂ ਖਾਣਾ ਚਾਹੀਦਾ। ਮੈਂ ਵਰਸ਼ਾ ਦਾ ਫਿਕਰ ਕਰਦੇ ਹੋਏ ਇੰਨਾ ਕਹਿ ਕੇ ਤੋਂ ਆਪਣੇ ਆਪ ਨੂੰ ਨਹੀਂ ਰੋਕ ਸਕੀ। ਚੰਗਾ, ਤੇ ਤੇਰੇ ਇੱਕ ਤਿੱਕ ਵੀ ਮੇਰੀ ਗੁਆਂਢਣ ਨੇ ਪਹੁੰਚਾ ਕਰਨ ਲਈ ਅਖੀਰ ਆਪਣੇ ਖਾਣੇ ਦਾ ਆਨੰਦ ਲੈਂਦਿਆਂ ਵਰਸ਼ਾ ਨੇ ਕਿਹਾ, ਜਿਵੇਂ ਹਰ ਹਕੀਕਤ ਨੂੰ ਹਰ ਸਵੀਕਾਰ ਕਰ ਲਿਆ ਸੀ। ਤੂੰ ਮੇਰੇ ਬਣਾਏ ਖਾਣੇ ਦਾ ਆਨੰਦ ਲੈ, ਬਾਅਦ ਦੇ ਵਿੱਚ ਮੇਰੇ ਰੋਣੇ ਸੁਣ ਲਈ। ਸਾਰੀ ਰਾਤ ਪਈ ਹੈ। ਸ਼ਾਇਦ ਆਪਣੀ ਬਾਕੀ ਦੀ ਜ਼ਿੰਦਗੀ ਨੂੰ ਵਰਸ਼ਾ ਜਿੰਦਾ ਦਿਲੀ ਨਾਲ ਜਿਉਣਾ ਚਾਹੁੰਦੀ ਹੈ। ਇਹ ਸੋਚ ਕੇ ਮੈਂ ਥੋੜ੍ਹਾ ਬਹੁਤ ਭੋਜਨ ਭੁੱਖ ਨਾ ਹੋਣ ਕਰਕੇ ਵੀ ਖਾ ਲਿਆ। ਵਰਸ਼ਾ ਆਪਣੇ ਰੋਜ਼ਾਨਾ ਦੇ ਕੰਮ ਨਿਬੇੜ ਰਹੀ ਸੀ। ਮੈਂ ਹਜ਼ਾਰਾਂ ਸਵਾਲਾਂ ਦੀ ਗੰਢੜੀ ਵਿੱਚ ਆਪਣੇ ਆਪ ਨੂੰ ਘੁੱਟਿਆ ਹੋਇਆ ਮਹਿਸੂਸ ਕਰ ਰਹੀ ਸੀ ਅਤੇ ਇਸ ਦੀ ਗੰਢ ਵਰਸ਼ਾ ਹੀ ਖੋਲ੍ਹ ਸਕਦੀ ਹੈ। ਇਸ ਦੇ ਲਈ ਉਸਦੇ ਵਿਹਲੇ ਹੋਣ ਦਾ ਮੈਂ ਇੰਤਜ਼ਾਰ ਕਰ ਰਹੀ ਸੀ। ਜੇਕਰ ਤੂੰ ਕੱਲ੍ਹ ਰੁਕਣਾ ਹੈ ਤੇ ਮੈਂ ਕੱਲ੍ਹ ਦੀ ਛੁੱਟੀ ਲੈ ਲਵਾਂ। ਅੰਜਨੀ, ਵਰਸ਼ਾ ਦਾ ਸਵਾਲ ਸੀ। ਨਹੀਂ, ਸਵੇਰੇ ਮੈਂ ਜਾਣਾ। ਅਸੀਂ ਦੋਵੇਂ ਇਕੱਠੇ ਰਵਾਨਾ ਹੋ ਜਾਵਾਂਗੇ। ਮੈਂ ਆਪਣੀ ਰੋਜ਼ਾਨਾ ਦੇ ਵਿਰੁੱਧ ਜਾ ਕੇ ਜਵਾਬ ਦਿੱਤਾ। ਸ਼ਾਇਦ ਮੇਰੇ ਮਨ ਦੇ ਵਿੱਚ ਕਿਤੇ ਰੋਸ ਵੀ ਸੀ ਕਿ ਵਰਸ਼ਾ ਨੇ ਮੈਨੂੰ ਆਪਣਾ ਏਡਸ ਵਾਲਾ ਰਾਜ਼ ਕਿਉਂ ਨਹੀਂ ਦੱਸਿਆ। ਦੁਨੀਆ ਦੇ ਵਿੱਚ ਵਿਚਰਨ ਵਾਲਿਆਂ ਨੂੰ ਦੂਜੇ ਲੋਕਾਂ ਦੇ ਚਿਹਰੇ 'ਤੇ ਪੜ੍ਹਨ ਬਹੁਤ ਖੂਬ ਆ ਜਾਂਦੇ ਹਨ। ਵਰਸ਼ਾ ਵੀ ਮੇਰੀਆਂ ਭਾਵਨਾਵਾਂ ਨੂੰ ਮੇਰੇ ਚਿਹਰੇ ਤੋਂ ਪੜ੍ਹ ਚੁੱਕੀ ਸੀ। ਵਰਸ਼ਾ ਜਲਦੀ ਹੀ ਆਪਣਾ ਕੰਮ ਨਿਬੇੜ ਕੇ ਬੋਲੀ, ਸੌਰੀ ਯਾਰ, ਤੈਨੂੰ ਮੇਰੀ ਸੱਚਾਈ ਜਾਣਨ ਲਈ ਇੰਨੀ ਉਡੀਕ ਕਰਨੀ ਪਈ। ਆ ਜਾ, ਸਭ ਕੁਝ ਨਿਬੜ ਗਿਆ ਹੈ। ਲੰਮੇ ਪੈ ਕੇ ਆਰਾਮ ਨਾਲ ਗੱਲਬਾਤ ਕਰਦੇ ਹਾਂ। ਇੰਨੀ ਭਿਆਨਕ ਬਿਮਾਰੀ ਦੇ ਕਾਰਨ ਵਰਸ਼ਾ ਦੀ ਜ਼ਿੰਦਗੀ ਦਾ ਤਾਂ ਹੁਣ ਕੋਈ ਭਰੋਸਾ ਨਹੀਂ ਹੈ। ਸ਼ਾਇਦ ਆਪਣੀ ਬੇਟੀ ਦੀ ਜ਼ਿੰਮੇਦਾਰੀ ਮੈਨੂੰ ਦਿਓਗੇ। ਕੁਝ ਇੰਜ ਦੀ ਸੋਚ ਨੇ ਮੈਨੂੰ ਅਜੇ ਵੀ ਜਕੜਿਆ ਹੋਇਆ ਸੀ। ਮੈਂ ਚੁੱਪਚਾਪ ਵਰਸ਼ਾ ਕੋਲ ਆ ਕੇ ਪੈ ਗਈ ਅਤੇ ਉਸਦਾ ਹੱਥ ਆਪਣੇ ਹੱਥ ਵਿੱਚ ਲੈ ਕੇ ਹਮਦਰਦੀ ਨਾਲ ਪਲੋਸਣ ਲੱਗੀ। ਅੰਜਨੀ, ਜੀਵਨ ਸਾਥੀ ਦੇ ਚਲੇ ਜਾਣ ਤੋਂ ਬਾਅਦ ਜ਼ਿੰਦਗੀ ਕਿਸੇ ਤਰ੍ਹਾਂ ਦੇ ਚਿਹਰੇ ਦਿਖਾਉਂਦੀ ਹੈ। ਇਸ ਸਥਿਤੀ ਦਾ ਸਾਹਮਣਾ ਮੈਨੂੰ ਆਪਣੇ ਪਤੀ ਦੀ ਮੌਤ ਤੋਂ ਬਾਅਦ ਜਲਦੀ ਹੀ ਕਰਨਾ ਪੈ ਗਿਆ। ਗੁਆਂਢੀ ਵੀ ਇੱਕ ਇਕਲੌਤੀ ਔਰਤ ਨੂੰ ਵੇਖ ਕੇ ਆਪਣੇ ਤੱਕਣ ਦਾ ਅੰਦਾਜ਼ ਬਦਲ ਲੈਂਦੇ ਹਨ। ਹਾਂ, ਆਹ ਦੁਨੀਆ ਕਿਸੇ ਇਕੱਲੀ ਔਰਤ ਦੇ ਲਈ ਸੱਚਮੁੱਚ ਇੱਕ ਮਜ਼ਧਾਰ ਹੈ। ਜੇਕਰ ਉਹ ਜਵਾਨ ਵੀ ਹੋਵੇ ਅਤੇ ਇਕੱਲੀ ਵੀ ਹੋਵੇ, ਕਿੰਤੂ ਰਸਤਾ ਤੇ ਅਸੀਂ ਫਿਰ ਵੀ ਆਪ ਹੀ ਚੁਣਦੇ ਹਾਂ। ਮੇਰੇ ਜਵਾਬ ਵਿੱਚ ਵੀ ਇੱਕ ਸਵਾਲ ਸੀ। ਬਿਲਕੁਲ ਸਹੀ। ਕਿਸੇ ਵੀ ਇੱਕ ਲਈ ਚੁੱਕਿਆ ਕਦਮ ਉਸਦੇ ਲਈ ਸਹੀ ਹੈ, ਪਰ ਉਹੀ ਕਦਮ ਦੂਜੇ ਲਈ ਗਲਤ ਹੋ ਸਕਦਾ ਹੈ। ਵਰਸ਼ਾ ਕਰਵਟ ਲੈ ਕੇ ਆਪਣਾ ਮੂੰਹ ਛੱਤ ਵੱਲ ਕਰ ਅੱਖਾਂ ਕਮਰੇ ਦੇ ਵਿਚਕਾਰ ਲੱਗੇ ਪੱਖੇ ਦੀ ਧੁਰੀ ਉੱਪਰ ਟਿਕਾ ਲਈਆਂ, ਆਪਣਾ ਹੱਥ ਮੇਰੇ ਤੋਂ ਛੁਡਾ ਲਿਆ ਅਤੇ ਬਹੁਤ ਗੰਭੀਰ ਹੋ ਆਪਣੀ ਕਥਾ ਸੁਣਾਉਣ ਲੱਗੀ। ਪਤੀ ਦੇ ਚਲੇ ਜਾਣ ਤੋਂ ਬਾਅਦ ਜ਼ਿੰਦਗੀ ਨੇ ਆਪਣਾ ਦੂਸਰਾ ਚਿਹਰਾ ਦਿਖਾਇਆ ਅਤੇ ਲੋਕਾਂ ਨੇ ਆਪਣਾ ਅਸੂਲ ਮਨਹੂਸ ਚਿਹਰਾ, ਜਿਸ ਗੁਆਂਢਣ ਨੇ ਤੈਨੂੰ ਮੇਰੇ ਬਾਰੇ ਜੋ ਕੁਝ ਵੀ ਦੱਸਿਆ, ਉਹ ਮੈਂ ਉਸਦੇ ਘਰ ਕਲੇਸ਼ ਹੋਣ ਤੋਂ ਬਚਾਉਣ ਲਈ ਹੀ ਆਪਣੇ ਤੇ ਏਡਸ ਦਾ ਸ਼ਸਤਰ ਪਾਇਆ ਹੈ। ਇੱਕ ਦਿਨ ਮੇਰੇ ਘਰ ਕੋਈ ਬਿਜਲੀ ਦੀ ਖਰਾਬੀ ਹੋਈ ਅਤੇ ਮੈਂ ਗੁਆਂਢਣ ਦੇ ਘਰ ਵਾਲੇ ਨੂੰ ਕਿਹਾ ਕਿ ਆ ਕੇ ਚੈੱਕ ਕਰ ਲਵੋ, ਸਾਰੇ ਲਿਹਾਜ਼ ਦੀਆਂ ਹੱਦਾਂ ਪਾਰ ਕਰ। ਉਹ ਮਾੜੀ ਨਜ਼ਰ ਨਾਲ ਹੀ ਮੇਰੇ ਘਰ ਆਇਆ, ਹੱਥ ਫੜ ਕੇ ਬਕਵਾਸ ਕਰਨ ਲੱਗਿਆ। ਪੇਟ ਦੀ ਭੁੱਖ ਦੇ ਨਾਲ ਕੁਝ ਹੋਰ ਵੀ ਲੋੜਾਂ ਹੁੰਦੀਆਂ ਨੇ। ਇੱਕ ਗੁਆਂਢੀ ਹੋਣ ਦੇ ਨਾਤੇ ਮੇਰਾ ਵੀ ਕੋਈ ਫਰਜ਼ ਬਣਦਾ ਹੈ। ਆ ਤੇਰੇ ਅਤੇ ਮੇਰੇ ਵਿੱਚ ਹੀ ਰਹੇਗਾ। ਆਹ ਸਿਰਫ ਇੱਕ ਸ਼ੁਰੂਆਤ ਸੀ। ਵਰਸ਼ਾ ਦੀਆਂ ਅੱਖਾਂ ਭਰ ਆਈਆਂ ਅਤੇ ਉਸਦੇ ਮਨ ਦਾ ਦਰਦ ਅੱਖਾਂ ਦੇ ਕਿਨਾਰਿਆਂ ਤੋਂ ਵਗਣ ਲੱਗ ਪਿਆ। ਵਰਸ਼ਾ ਗਰਗਨੇ ਦੇ ਅੰਦਰ ਦਬੇ ਰਹੱਸ ਨੂੰ ਮੈਂ ਉਸਦੇ ਚਿਹਰੇ ਨੂੰ ਸਾਫ਼ ਪੜ੍ਹ ਰਹੀ ਸੀ। ਵਰਸ਼ਾ ਨੇ ਆਪਣੀ ਗੱਲ ਜਾਰੀ ਰੱਖੀ। ਮੈਨੂੰ ਕੁਝ ਸੋਚਦਾ ਨਹੀਂ ਸੀ। ਹਰ ਇੱਕ ਦੀਆਂ ਨਜ਼ਰਾਂ ਜਿਵੇਂ ਮੈਨੂੰ ਖਾ ਹੀ ਜਾਣੀਆਂ ਚਾਹੁੰਦੀਆਂ ਸੀ। ਹਰ ਵੇਲੇ ਦੀ ਪਰੇਸ਼ਾਨੀ ਦਾ ਮੇਰੇ ਕੋਲ ਇੱਕ ਹੀ ਉਪਾਅ ਸੀ ਕਿ ਇਹਨਾਂ ਦਰਿੰਦਿਆਂ ਤੋਂ ਬਚਣ ਦੇ ਲਈ ਆਪਣੇ ਆਪ ਨੂੰ ਕਿਸੇ ਸੁਰੱਖਿਆ ਕਵਚ ਵਿੱਚ ਪਾ ਲਵਾਂ। ਵਰਸ਼ਾ ਨੇ ਆਪਣੇ ਹੰਝੂ ਸਾਫ਼ ਕੀਤੇ ਅਤੇ ਹੌਕੇ ਵਰਗਾ ਸਾਹ ਲਿਆ। ਉਹ ਮੈਨੂੰ ਕੁਝ ਸਮਝ ਆ ਗਿਆ ਸੀ ਅਤੇ ਮੈਂ ਇੱਕ ਔਰਤ ਹੋਣ ਕਰਕੇ ਵਰਸ਼ਾ ਦੇ ਦਰਦ ਨੂੰ ਚੰਗੀ ਤਰ੍ਹਾਂ ਸਮਝ ਵੀ ਰਹੀ ਸੀ। ਮੈਂ ਇੱਕ ਦੋ ਨੂੰ ਕਿਹਾ ਕਿ ਲੱਗਦਾ ਹੈ ਮੈਨੂੰ ਏਡਸ ਹੋ ਗਈ ਹੈ। ਕੁਝ ਲੱਛਣ ਮੈਨੂੰ ਇਸ ਰੋਗ ਦੇ ਆਪਣੇ ਆਪ ਵਿੱਚ ਮਹਿਸੂਸ ਹੁੰਦੇ ਹਨ। ਆਪਣੀ ਮਾਨਸਿਕਤਾ ਸ਼ਾਂਤੀ ਬਣਾਈ ਰੱਖਣ ਦੇ ਲਈ ਬਸ ਇਹੋ ਫਾਰਮੂਲਾ ਕਾਫੀ ਸੀ। ਬਾਕੀ ਦੀ ਕਹਾਣੀ ਬਣਾਉਣ ਦੇ ਲਈ ਮੈਂ ਲੋਕਾਂ ਨੂੰ ਇੱਕ ਸਿਰਲੇਖ ਦੇ ਦਿੱਤਾ ਸੀ। ਮਰਦ ਸਮਾਜ ਵਿੱਚ ਇਸ ਨਾਮ ਦੀ ਦਹਿਸ਼ਤ ਹੀ ਕਾਫੀ ਸੀ ਅਤੇ ਔਰਤਾਂ ਨੂੰ ਮਸਾਲੇਦਾਰ ਵਿਸ਼ਾ ਮਿਲ ਗਿਆ ਸੀ। ਸਿਰ ਜੋੜ ਕੇ ਗੱਲਾਂ ਕਰਨ ਦਾ ਪਤੀ ਰਿਹਾ ਨਹੀਂ, ਹੁਣ ਤਾਂ ਆਵਾਰਾ ਹੋਣਾ ਹੀ ਸੀ। ਕੋਈ ਸ਼ਰਮ ਨਹੀਂ ਕੀਤੀ, ਇੰਜ ਦੀਆਂ ਹੀ ਹੁੰਦੀਆਂ ਨੇ। ਸਮਾਜ ਦੇ ਵਿੱਚ ਚਿਤਰੀਆਂ ਗਈਆਂ
ਆਪਣੀਆਂ ਤਸਵੀਰ ਬਾਰੇ ਦੱਸਦੀ। ਵਰਸ਼ਾ ਦੀਆਂ ਅੱਖਾਂ ਆਪਣੇ ਆਪ ਨਾਮ ਨੂੰ ਸੱਚ ਕਰਦੀਆਂ ਹੋਈਆਂ ਸਾਵਨ ਦੀ ਭਿਆਨਕ ਵਰਸ਼ਾ ਵਾਂਗ ਵਰ ਰਹੀਆਂ ਸਨ। ਉਸਦੀ ਹੁਣ ਟਿਕਦੀ ਜਰੀ ਸਾਰੀ ਤਕਲੀਫ ਉਸਦੀਆਂ ਬੇਬਸ ਅੱਖਾਂ ਵਿੱਚੋਂ ਫੁੱਟ ਰਹੀ ਸੀ। ਮੈਂ ਘੁੱਟ ਕੇ ਵਰਸ਼ਾ ਨੂੰ ਆਪਣੀ ਗਲਵੱਕੜੀ ਵਿੱਚ ਲੈ ਲਿਆ। ਮੇਰੀਆਂ ਅੱਖਾਂ ਤ੍ਰਿਪ ਤ੍ਰਿਪ ਹੰਝੂ ਕਰਦੀਆਂ ਉਸਦੇ ਦੁੱਖ ਦੀ ਹਾਮੀ ਭਰਨ ਲੱਗ ਪਈਆਂ। ਹੁਣ ਸੁਣਨ ਅਤੇ ਬੋਲਣ ਲਈ ਕੁਝ ਬਾਕੀ ਨਹੀਂ ਸੀ ਬਚਿਆ। ਮੈਂ ਹੌਲੀ ਹੌਲੀ ਵਰਸ਼ਾ ਦੇ ਸਿਰ ਨੂੰ ਪਲੋਸਣ ਲੱਗ ਪਈ। ਝੂਠ ਦੀ ਚਾਦਰ ਉੜੇਕ ਕੇ ਜ਼ਿੰਦਗੀ ਜਿਉਣ ਲਈ ਮਜਬੂਰ ਹੋਈ ਇਸ ਬਹਾਦਰ ਸਹੇਲੀ ਨੂੰ ਧੁਰ ਹਿਰਦੇ ਤੋਂ ਸਲਾਮ ਕਰਦੀ ਰਹੀ। ਕਿੰਨਾ ਵੱਡਾ ਜਿਗਰਾ ਕੀਤਾ ਹੈ ਇਸਨੇ ਆਪਣੇ ਬੇਦਾਗ ਜਿਹੇ ਦਾਮਨ ਅਤੇ ਆਪ ਹੀ ਦਾਗ ਲਾ ਕੇ ਬੁਰੀ ਨਜ਼ਰ ਤੋਂ ਬਚਣ ਲਈ ਕਲਾਸ ਦਾ ਟਿੱਕਾ ਲਾਉਣ ਵਾਂਗ ਇਸਨੇ ਆਪਣੀ ਇੱਜ਼ਤ ਦਾ ਲੱਠਾ ਇੱਕ ਮਨਹੂਸ ਬਿਮਾਰੀ ਦਾ ਬਹਾਨਾ ਲਾ ਕੇ ਬਚਾਏ ਰੱਖਿਆ। ਲੋਕਾਂ ਨੂੰ ਟਾਈਮ ਪਾਸ ਕਰਨ ਦਾ ਵਿਸ਼ਾ ਦੇ ਕੇ ਵਰਸ਼ਾ ਨੇ ਇਕਲਤਾ ਦੇ ਸਫ਼ਰ ਨੂੰ ਸੌਖਾ ਬਣਾ ਲਿਆ। ਬਾਹਰ ਭਾਵੇਂ ਰਾਤ ਦੀ ਗੂੜ੍ਹੀ ਕਾਲੀ ਚਾਦਰ ਛਾ ਰਹੀ ਸੀ, ਕਿੰਤੂ ਇਸ ਕਾਲੇ ਅੰਬਰ ਵਿੱਚੋਂ ਰੋਸ਼ਨੀ ਭਰੇ ਤਾਰੇ ਹੀ ਟਿਕ ਰਹੇ ਸਨ, ਬਿਲਕੁਲ ਵਰਸ਼ਾ ਦੀ ਬੇਟੀ ਰੋਸ਼ਨੀ ਵਾਂਗ। ਘੜੀ ਦੀਆਂ ਸੂਈਆਂ ਟਿਕ ਟਿਕ ਕਰਕੇ ਸਵੇਰ ਹੋਣ ਦਾ ਸੰਕੇਤ ਦੇ ਰਹੀਆਂ ਸਨ। ਉੱਠ ਜਾ ਮੇਰੀ ਜਾਨ, ਮੇਰੀ ਨੌਕਰੀ ਹੈ, ਅੱਜ ਜੇ ਕਹੇ ਤਾਂ ਛੁੱਟੀ ਲੈ ਲਵਾਂ। ਵਰਸ਼ਾ ਦੇ ਬੋਲਾਂ ਦੇ ਵਿੱਚ ਮੇਰੇ ਲਈ ਪਿਆਰ ਅਤੇ ਕੰਮ ਦੀ ਪ੍ਰਤੀ ਜ਼ਿੰਮੇਵਾਰੀ ਝਲਕ ਰਹੀ ਸੀ। ਦਿਨ ਕੁਝ ਜ਼ਿਆਦਾ ਜਲਦੀ ਨਹੀਂ ਚੜ੍ਹ ਗਿਆ ਅੱਜ? ਨਹੀਂ, ਤੂੰ ਕੰਮ 'ਤੇ ਚੱਲ ਅਤੇ ਮੈਂ ਘਰ ਵਾਪਸ ਜਾਣਾ। ਅੱਜ ਦੀ ਮੁਲਾਕਾਤ ਬਸ ਇੰਨੀ ਹੀ। ਮੈਂ ਛਾਲ ਮਾਰ ਬਿਸਤਰੇ ਤੋਂ ਬਾਹਰ ਹੋ ਗਈ ਅਤੇ ਦੋਵੇਂ ਸਹੇਲੀਆਂ ਨੇ ਆਪਣੋ ਆਪਣੇ ਸਫ਼ਰ ਦਾ ਰੁੱਖ ਸ਼ੁਰੂ ਕਰ ਦਿੱਤਾ, ਇੱਕ ਹੋਰ ਦਿਨ ਦੀ ਚੁਣੌਤੀ ਦਾ ਸਾਹਮਣਾ ਕਰਨ ਦੇ ਲਈ। ਜਦ ਮੈਂ ਵਰਸ਼ਾ ਗਰਗ ਦੀ ਦਹਿਲੀਜ਼ ਤੋਂ ਕਦਮ ਬਾਹਰ ਰੱਖਿਆ ਤਾਂ ਚੰਦ ਲਾਈਨਾਂ ਮੇਰੇ ਮਨ ਦੇ ਵਿੱਚ ਉੱਭਰ ਆਈਆਂ। ਮਰਦ ਕਹਿੰਦਾ ਹੈ ਕਿ ਇਕਲੌਤੀ ਔਰਤ ਮਹਿਫੂਜ਼ ਨਹੀਂ ਹੈ, ਇਹੀ ਨਹੀਂ ਦੱਸਦਾ ਕਿ ਇਸਦੀ ਵਜ੍ਹਾ ਤੋਂ ਇਹ ਬ੍ਰੇਕ ਹੇਠਲਾ ਸੱਚ ਕਿਸੇ ਤੋਂ ਛੁਪਿਆ ਨਹੀਂ ਹੋਇਆ।